हाँ जी स्टूडेंट्स, आज साडा टॉपिक हैगा रजे टाइप्स ऑफ टैक्स। टाइप्स ऑफ टैक्स ਇਹਦੇ ਚ ਅਸੀਂ ਟਾਈਪਸ ਕਰਾਂਗੇ। ਮੇਨ ਤਿੰਨ ਟਾਈਪਸ ਹੁੰਦੀਆਂ ਟੈਕਸ ਦੇ ਵਿੱਚ, ਪ੍ਰੋਗਰੈਸਿਵ ਐਂਡ ਰਿਗਰੈਸਿਵ ਟੈਕਸ, ਸਪੈਸੀਫਿਕ ਐਂਡ ਵੈਲਿਊ ਐਡਡ ਟੈਕਸ, ਡਾਇਰੈਕਟ ਐਂਡ ਇਨਡਾਇਰੈਕਟ ਟੈਕਸ। ਇਹਨਾਂ ਸਾਰਿਆਂ ਨੂੰ ਅਸੀਂ ਜਿਹੜਾ ਹੈ 1 ਬਾਈ 1 ਹੁਣ ਡਿਸਕਸ ਕਰਾਂਗੇ। ਤਾਂ ਪ੍ਰੋਗਰੈਸਿਵ ਦੇ ਵਿੱਚ ਕੀ ਹੈ ਰਾਜੇ ਕਿ ਇੱਥੇ ਮੈਂ ਸ਼ਾਰਟ ਚ ਲਿਖ ਰਹੀ ਹਾਂ, ਠੀਕ ਹੈ। ਇਹਦੇ ਚ ਕੀ ਹੋਏਗਾ ਕਿ ਸਾਡੀ ਇਨਕਮ ਦੇ ਵਿੱਚ ਵੀ ਇਨਕਰੀਜ਼ ਹੋਏਗਾ, ਉਹਦੇ ਨਾਲ ਜਿਹੜੀ ਸਾਡੀ ਟੈਕਸ ਰੇਟ ਆ ਜਾਂ ਰੇਟ ਆਫ ਟੈਕਸ ਹੈ ਉਹ ਵੀ ਕੀ ਹੋਏਗੀ, ਇਨਕਰੀਜ਼ ਹੋਏਗੀ। ਫॉर एग्जांपल ਇਹਨੂੰ ਸਮਝਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ ਕਿ ਮੰਨ ਲਓ ਸਾਡੀ ਅਰਨਿੰਗਸ ਨੇ ਉਹ 5000 ਨੇ, 5000 ਅਸੀਂ ਕਮਾਉਣੇ ਆ, ठीक है। बुक दे विच भी आलमोस्ट यही एग्जांपल दी है, सॉरी 5000 नॉट 50, चलो 50000 का मान लो कि असी 50000 रुपया कमाने आ और साडे ते जिहड़ा टैक्स दी दर है वो कितनी लगती है, वो लगती है जी साडे ते 10%, सॉरी वो लग रही है जी साडे ते 10%, ठीक है। फिर साडी जिहड़ी अर्निंग्स ने ਉਹ 50 ਤੋਂ ਇਨਕਰੀਜ਼ ਹੋ ਕੇ 1 ਲੱਖ ਹੋ ਜਾਂਦੀਆਂ ਨੇ, 1 ਲੱਖ ਹੋ ਜਾਂਦੀਆਂ ਨੇ। ਤਾਂ ਇੱਥੇ ਜਿਹੜੀ ਆ ਸਾਡੀ ਟੈਕਸ ਰੇਟ ਹੈ ਉਹ ਇਨਕਰੀਜ਼ ਹੋ ਕੇ 15% ਹੋ ਜਾਂਦੀ ਆ, ਠੀਕ ਹੈ। ਫਿਰ ਸਾਡੀ ਅਰਨਿੰਗਸ ਨੇ ਜਿਹੜੀਆਂ ਉਹ 1 ਲੱਖ ਤੋਂ 2 ਲੱਖ ਹੋ ਜਾਂਦੀਆਂ, ਮੰਨ ਲਓ 2 ਲੱਖ ਨੇ ਜਿਹੜੀਆਂ ਸਾਡੀਆਂ ਉਹ ਅਰਨਿੰਗਸ ਹੋ ਜਾਂਦੀਆਂ ਨੇ। ਤਾਂ ਉੱਥੇ ਜਿਹੜੀ ਸਾਡੀ ਟੈਕਸ ਰੇਟ ਆ ਉਹ ਕੀ ਲੱਗਦੀ ਆ, 20% ਲੱਗਦੀ ਆ। ਤਾਂ ਇਹ ਸਾਰੇ ਦੇ ਵਿੱਚ ਕੀ ਹੋਇਆ ਰਾਜੇ ਕਿ ਜਿਵੇਂ ਜਿਵੇਂ ਸਾਡੀ ਇਨਕਮ ਇਨਕਰੀਜ਼ ਹੁੰਦੀ ਜਾ ਰਹੀ ਆ ਤਾਂ ਜਿਹੜੀ ਟੈਕਸ ਦੀ ਰੇਟ ਹੈ ਉਹ ਵੀ ਕੀ ਹੁੰਦੀ ਜਾ ਰਹੀ ਆ, ਇਨਕਰੀਜ਼ ਹੁੰਦੀ ਜਾ ਰਹੀ ਹੈ। ਤਾਂ ਇਹਨੂੰ ਅਸੀਂ ਕੀ ਕਹਿੰਦੇ ਆ, ਪ੍ਰੋਗਰੈਸਿਵ ਟੈਕਸੇਸ਼ਨ। ਇਹਦਾ ਜਿਹੜਾ ਦੂਸਰਾ ਪਾਰਟ ਹੈ ਉਹ ਅਸੀਂ ਕਰਨਾ ਜੀ ਰਿਗਰੈਸਿਵ। ਇੱਥੇ ਆਪਾਂ ਗੱਲ ਕੀਤੀ ਆ ਨਾ ਕਿ ਦੋ ਨੇ, ਪ੍ਰੋਗਰੈਸਿਵ ਹੋ ਗਿਆ। ਹੁਣ ਜਿਹੜਾ ਰਿਗਰੈਸਿਵ ਹੈ ਉਹ ਕੀ ਹੋਏਗਾ, ਰਿਗਰੈਸਿਵ ਦੇ ਵਿੱਚ ਹੈ ਜੀ ਸਾਡੇ ਕੋਲ ਇਹ ਤੋਂ ਉਲਟਾ। ਇਹਦੇ ਚ ਹੋਏਗਾ ਕਿ ਜਿਵੇਂ ਜਿਵੇਂ ਸਾਡੀ ਇਹਦੇ ਚ ਇਨਕਮ ਇਨਕਰੀਜ਼ ਹੋਣ ਦੇ ਨਾਲ ਟੈਕਸ ਰੇਟ ਦੇ ਵਿੱਚ ਕੋਈ ਇਨਕਰੀਜ਼ नहीं ਹੁੰਦਾ, ਬਹੁਤਾ ਫਰਕ ਨਹੀਂ ਹੁੰਦਾ। ਇਹਦੇ ਚ ਜਿਹੜੀ ਟੈਕਸ ਰੇਟ ਆ ਉਹ ਉਵੇਂ ਰਹਿੰਦੀ ਆ ਆਲਮੋਸਟ। ਫॉर एग्जांपल ਸਾਡੀ ਇਨਕਮ ਚਾਹੇ 50000 ਹੈ, ਸੌਰੀ 50000 ਹੈ, ਚਾਹੇ 1 ਲੱਖ ਹੈ, ਚਾਹੇ 2 ਲੱਖ ਹੈ, ਇਹਨਾਂ ਸਾਰਿਆਂ ਦੇ ਉੱਪਰ ਸਾਨੂੰ ਕੀ ਆ, ਜਿਹੜੀ ਟੈਕਸ ਰੇਟ ਹੈ ਉਹ ਪੈ ਰਹੀ ਹੈ 10%, ठीक है। ਉਹਦੇ ਤੇ ਜਿਹੜੀ ਟੈਕਸ ਹੈ ਉਹ ਕੀ ਆ, ਸੇਮ ਪਏਗਾ, ਟੈਕਸ ਰੇਟ ਸੇਮ ਪਏਗੀ। ਹੁਣ ਇਹਨੂੰ 10% ਕਿੰਨਾ ਪੇ ਕਰਨਾ ਪਏਗਾ, 5000, ਇਹਨੂੰ 10000, ਇਹਨੂੰ 10% ਕਿੰਨਾ ਪੇ ਕਰਨਾ ਪਏਗਾ, 20000। ਕੋਈ ਹੋਰ ਇਨਸਾਨ ਹੋ ਸਕਦਾ ਜਿਹਦੀ ਇਨਕਮ ਜਸਟ 500 ਰੁਪਏ ਹੋਵੇ, ਠੀਕ ਹੈ। ਤਾਂ ਉਹਨੂੰ ਵੀ ਜਿਹੜਾ ਟੈਕਸ ਹੈ ਉਹ 10% ਹੀ ਪਏਗਾ ਔਰ ਉਹਦੇ ਹਿਸਾਬ ਨਾਲ ਉਹਨੂੰ 50 ਰੁਪਏ ਆ ਜਿਹੜੇ ਉਹ ਪੇ ਕਰਨੇ ਪੈਣਗੇ। ਤਾਂ ਜਿਹੜਾ ਇਹ ਟੈਕਸੇਸ਼ਨ ਸਿਸਟਮ ਆ ਤਾਂ ਇਹਦੇ ਚ ਅਸੀਂ ਦੇਖੀਏ ਜਿਹਦੀ ਇਨਕਮ 50 ਰੁਪਏ ਉਹ ਤੇ ਇਹ ਵੀ 10%, ਜਿਹਦੀ ਲੱਖ 2 ਲੱਖ ਹੈ ਉਹ ਤੇ ਵੀ 10%, ਆਪਦੀ ਇਨਕਮ ਦਾ 10% ਹਿੱਸਾ ਉਹਨਾਂ ਨੂੰ ਕੀ ਕਰਨਾ ਪੈ ਰਿਹਾ, ਪੇ ਕਰਨਾ ਪੈ ਰਿਹਾ। ਤਾਂ ਇਹ ਜਿਹੜਾ ਟੈਕਸੇਸ਼ਨ ਸਿਸਟਮ ਆ ਬਹੁਤਾ ਵਧੀਆ ਨਹੀਂ। ਇਹਦੇ ਚ ਜਿਹੜੇ ਰਿਚ ਪੀਪਲ ਹੁੰਦੇ ਨੇ ਉਹਨਾਂ ਤੇ ਘੱਟ ਇਫੈਕਟ ਪੈਂਦਾ, ਠੀਕ ਹੈ। ਔਰ ਜਿਹੜੇ ਪੂਅਰ ਪੀਪਲ ਹੁੰਦੇ ਨੇ, ਪੂਅਰ ਪੀਪਲ ਉਹਨਾਂ ਤੇ ਜ਼ਿਆਦਾ ਇਫੈਕਟ। ਹੁਣ ਜਿਹਦੀ 500 ਇਨਕਮ ਹੈ ਉਹ ਕੀ ਆ, ਗਰੀਬ ਆ, ਤਾਂ ਉਹਨੂੰ ਉਹਦੇ ਤੇ ਇਹਦਾ ਜ਼ਿਆਦਾ ਬੁਰਾ ਅਸਰ ਪਏਗਾ ਕਿਉਂਕਿ ਉਹਨੂੰ 500 ਦੇ ਵਿੱਚੋਂ ਜੇ 50 ਰੁਪਏ ਟੈਕਸ ਦੇਣਾ ਪੈ ਜੇ ਤਾਂ ਉਹ ਜ਼ਿਆਦਾ ਮਾਇਨੇ ਰੱਖਦਾ। ਜਿਹਦੀ ਅਰਨਿੰਗਸ ਹੀ 2 ਲੱਖ ਨੇ, ਜੇ ਉਹਨੂੰ ਆਪਦੀ ਆਮਦਨ ਦਾ 10% ਹਿੱਸਾ ਦੇਣਾ ਪੈ ਜਾਏਗਾ ਤਾਂ ਉਹ ਤੇ ਬਹੁਤਾ ਅਸਰ ਆ ਜਿਹੜਾ ਉਹ ਨਹੀਂ ਹੋਏਗਾ। ਤਾਂ ਇਹ ਹੈਗਾ ਸਾਡਾ
ਰਿਗਰੈਸਿਵ ਟੈਕਸੇਸ਼ਨ ਸਿਸਟਮ ਜਿਹਦਾ ਅਮੀਰਾਂ ਦੇ ਉੱਪਰ ਘੱਟ ਤੇ ਗਰੀਬਾਂ ਦੇ ਉੱਪਰ ਜ਼ਿਆਦਾ ਪ੍ਰਭਾਵ ਪੈਂਦਾ। ਜਿਹੜਾ ਸਾਡਾ ਪ੍ਰੋਗਰੈਸਿਵ ਆ ਉਹਦਾ ਕੀ ਆ, ਅਮੀਰਾਂ ਦੇ ਉੱਪਰ ਨੈਗੇਟਿਵ ਇਫੈਕਟ ਜ਼ਿਆਦਾ ਪੈਂਦਾ ਔਰ ਗਰੀਬਾਂ ਦੇ ਉੱਪਰ ਨੈਗੇਟਿਵ ਇਫੈਕਟ ਘੱਟ ਪੈਂਦਾ। ਨੈਕਸਟ ਜਿਹੜੀ ਸਾਡੇ ਕੋਲ ਟਾਈਪ ਹੈ ਰਾਜੇ ਉਹ ਹੈ ਸਪੈਸੀਫਿਕ ਐਂਡ ਵੈਲਿਊ ਐਡਡ। ਇਹਦੇ ਵਿੱਚ ਅਸੀਂ ਜਿਹੜੀ ਚੀਜ਼ ਕਰਨੀ ਆ ਕਿ ਕਿਸ ਬੇਸ ਤੇ ਟੈਕਸ ਲੱਗਦਾ ਉਹ ਚੀਜ਼ ਨੂੰ ਅਸੀਂ ਸਟੱਡੀ ਕਰਾਂਗੇ। ਇਹਦੇ ਵਿੱਚ ਜਿਹੜਾ ਟੈਕਸ ਹੈ, ਜਿਹੜਾ ਤਾਂ ਸਪੈਸੀਫਿਕ ਟੈਕਸ ਹੈ, ਸਪੈਸੀਫਿਕ ਟੈਕਸ ਆ ਜਿਹੜਾ ਉਹ ਸਾਨੂੰ ਯੂਨਿਟ ਦੇ ਬੇਸ ਤੇ ਲੱਗਦਾ। ਯੂਨਿਟ ਬੇਸ, ਯੂਨਿਟ ਬੇਸ ਮਤਲਬ ਜਿਵੇਂ ਕਿਲੋਗ੍ਰਾਮ, ਕਿੰਨੇ ਕਿਲੋ ਚੀਜ਼ ਅਸੀਂ ਖਰੀਦੀ ਆ ਉਹਦੇ ਉੱਪਰ ਟੈਕਸ ਲੱਗ ਜਾਣਾ, ਜਾਂ ਅਸੀਂ ਕਹਿ ਦਈਏ ਕਿ ਕਿੰਨੀਆਂ ਯੂਨਿਟਸ ਖਰੀਦੀਆਂ ਨੇ ਅਸੀਂ, ਕੀ ਆ 1000 ਯੂਨਿਟ ਆ ਜਿਹੜੀ ਉਹ ਖਰੀਦੀ ਆ, ਠੀਕ ਹੈ, ਤਾਂ ਉਹ ਤੇ ਟੈਕਸ ਲੱਗ ਜਾਣਾ। ਉਹ ਜਿਹੜੀਆਂ ਯੂਨਿਟ ਬੇਸ ਟੈਕਸ ਲੱਗਦੇ ਨੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ, ਸਪੈਸੀਫਿਕ ਟੈਕਸ ਕਹਿੰਦੇ ਆ। ਜਾਂ ਆਪਾਂ ਜਿਹੜੀ ਕੋਈ ਯੂਨਿਟ, ਅਸੀਂ ਕੋਈ 1000 ਯੂਨਿਟ ਆ ਜਿਹੜੀ ਕਿਸੇ ਚੀਜ਼ ਦੀ ਖਰੀਦ ਲਈ ਆ ਤਾਂ ਉਹਨੂੰ ਉਸ ਬੇਸ ਤੇ ਟੈਕਸ ਲਗਾਉਣਾ, ਉਹਨੂੰ ਅਸੀਂ ਕੀ ਕਹਿੰਦੇ ਸਪੈਸੀਫਿਕ। ਕਿਲੋਗ੍ਰਾਮ ਦੇ ਵਿੱਚ ਜਾਂ ਅਸੀਂ ਮੀਟਰ ਦੇ ਵਿੱਚ ਕੋਈ ਚੀਜ਼ ਖਰੀਦਦੇ ਆ ਹੈ ਨਾ, ਜਾਂ ਜਿਹੜਾ ਹੈ ਲੀਟਰ ਦੇ ਵਿੱਚ ਕੋਈ ਚੀਜ਼ ਖਰੀਦਦੇ ਆ ਤਾਂ ਉਸ ਬੇਸ ਤੇ ਜਿਹੜਾ ਟੈਕਸ ਲੱਗਦਾ ਉਹਨੂੰ ਅਸੀਂ ਕੀ ਕਹਿੰਦੇ ਆ, ਸਪੈਸੀਫਿਕ ਟੈਕਸ। ਇਹਨੂੰ ਅਸੀਂ ਕਵਾਂਗੇ ਜੀ ਸਪੈਸੀਫਿਕ ਟੈਕਸ, ਠੀਕ। ਨੈਕਸਟ ਜਿਹੜਾ ਸਾਡੇ ਕੋਲ ਹੈ ਰਾਜੇ ਉਹ ਹੈਗਾ ਜੀ ਵੈਲਿਊ ਐਡਡ। ਵੈਲਿਊ ਐਡਡ ਇੱਕ ਚੀਜ਼ ਆ ਰਾਜੇ, ਅੱਜ ਜਿਹੜੀ ਇਹ ਸੌਫਟਵੇਅਰ ਲਾ ਲਓ ਜਾਂ ਡਿਵਾਈਸ ਮੈਂ ਯੂਜ਼ ਕਰ ਰਹੀ ਹਾਂ, ਇਹ ਪਹਿਲੀ ਵਾਰ ਕਰ ਰਹੀ ਹਾਂ ਤਾਂ ਥੋੜਾ ਲਿਖਣ 'ਚ ਹੋਏਗਾ, ਹੌਲੀ ਹੌਲੀ ਪਰਫੈਕਸ਼ਨ ਆ ਜਾਏਗੀ। ਤਾਂ ਵੈਲਿਊ ਐਡਡ ਟੈਕਸ ਆ ਜਿਹੜਾ ਉਹ ਕੀ ਹੁੰਦਾ ਰਾਜੇ, ਕਿ ਜਿਵੇਂ ਨਾਮ ਤੋਂ ਹੀ ਕਲੀਅਰ ਆ ਕਿ ਅਸੀਂ ਵੈਲਿਊ ਦੇ ਬੇਸ ਤੇ, ਵੈਲਿਊ ਦੇ ਬੇਸ ਤੇ ਕੀ ਲਗਾਉਣੇ ਆ, ਟੈਕਸ ਲਗਾਉਣੇ ਆ, ਤਾਂ ਉਹਨੂੰ ਅਸੀਂ ਕੀ ਕਹਿੰਦੇ ਆ, ਵੈਲਿਊ ਐਡਡ ਟੈਕਸ ਕਹਿੰਦੇ ਆ। ਵੈਲਿਊ ਦੇ ਬੇਸ ਤੇ ਮਤਲਬ ਕੀ ਆ ਕਿ ਅਸੀਂ ਕੋਈ ਚੀਜ਼ ਆ ਜਿਹੜੀ ਉਹ 1 ਲੱਖ ਰੁਪਏ ਦੀ ਖਰੀਦ ਲਈ ਤਾਂ 1 ਲੱਖ ਤੇ ਕਿੰਨਾ ਟੈਕਸ ਲੱਗੇਗਾ, ਠੀਕ ਹੈ। 50,000 ਦੀ ਖਰੀਦੀ ਆ, ਇਹੀ ਟਰਮਸ ਅੱਜ ਯਾਦ ਹੋ ਗਈਆਂ, 50,000 ਹੈ, 50,000 ਦੀ ਕੋਈ ਚੀਜ਼ ਖਰੀਦੀ ਆ ਉਹ ਤੇ ਕਿੰਨਾ ਟੈਕਸ ਲੱਗਣਾ ਚਾਹੀਦਾ। ਉਹ ਸਾਰੀਆਂ ਚੀਜ਼ਾਂ ਵੈਲਿਊ ਦੇ ਬੇਸ ਤੇ ਜਦੋਂ ਅਸੀਂ ਟੈਕਸ ਲਗਾਉਣੇ ਆ ਉਹਨੂੰ ਅਸੀਂ ਕੀ ਕਹਿੰਦੇ ਆ, ਵੈਲਿਊ ਐਡਡ ਟੈਕਸ ਕਹਿੰਦੇ ਆ। ਔਰ ਇਹ ਕੀ ਹੁੰਦਾ, ਜਿਵੇਂ ਕਮਰਸ ਵਾਲੇ ਬੱਚੇ ਦੇ ਧਿਆਨ 'ਚ GST ਨਹੀਂ, ਤੁਸੀਂ ਵੈਲਿਊ ਐਡਡ ਟੈਕਸ ਕਹਿ ਲਓ। ਈਵਨ GST ਵੀ ਆ ਜਿਹੜਾ ਉਹ ਵੈਲਿਊ ਐਡਡ ਟੈਕਸ ਹੀ ਹੈ ਕਿ ਕਿੰਨੀ ਵੈਲਿਊ ਐਡ ਹੁੰਦੀ ਆ ਉਸੇ ਬੇਸ ਤੇ ਫਰਦਰ ਉਹ ਤੇ ਕੀ ਲੱਗਦਾ, ਟੈਕਸ ਲੱਗਦਾ ਹਰ ਸਟੇਜ ਦੇ ਉੱਪਰ, ਠੀਕ ਹੈ। ਹੋਪ ਸੋ ਕਿ ਕਲੀਅਰ ਹੋ ਗਿਆ ਹੋਏਗਾ। ਨੈਕਸਟ ਹੈਗਾ ਜੀ ਸਾਡੇ ਕੋਲ ਡਾਇਰੈਕਟ ਐਂਡ ਇਨਡਾਇਰੈਕਟ ਟੈਕਸਸ। ਪਹਿਲਾਂ ਅਸੀਂ ਗੱਲ ਕਰਾਂਗੇ ਜੀ ਡਾਇਰੈਕਟ ਟੈਕਸ ਦੀ। ਡਾਇਰੈਕਟ ਟੈਕਸ ਕੀ ਆ, ਜਿਹਦੇ ਚ ਪੇ ਕਰਨ ਵਾਲਾ, ਠੀਕ ਹੈ, ਉਹ ਡਾਇਰੈਕਟਲੀ ਪੇ ਕਰਦਾ ਗਵਰਨਮੈਂਟ ਨੂੰ, ਡਾਇਰੈਕਟਲੀ ਪੇ ਕਰਦਾ ਗਵਰਨਮੈਂਟ ਨੂੰ, ਗਵਰਨਮੈਂਟ, ਠੀਕ ਹੈ। ਇਹਦੇ ਚ ਕੋਈ ਵੀ ਜਿਹੜਾ ਇੱਥੇ ਇੰਟਰਮੀਡੀਏਟਰ ਆ ਉਹ ਨਹੀਂ ਹੁੰਦਾ। ਜਿਵੇਂ ਇਹਦੇ ਚ ਕਿਹੜੀਆਂ ਚੀਜ਼ਾਂ ਜਾਂਦੀਆਂ, ਇਨਕਮ ਟੈਕਸ, ਅਸੀਂ ਇਨਕਮ ਟੈਕਸ ਦਿੰਦੇ ਹਾਂ ਨਾ, ਸਿੱਧਾ ਗਵਰਨਮੈਂਟ ਕੋਲ ਜਾਂਦਾ। ਵੈਲਥ ਟੈਕਸ ਹੋ ਗਿਆ, ਇੰਟਰਟੇਨਮੈਂਟ ਟੈਕਸ ਹੋ ਗਿਆ, ਠੀਕ ਹੈ, ਤੇ ਗਿਫਟ ਟੈਕਸ ਹੋ ਗਿਆ। ਇਹ ਸਾਰੇ ਟੈਕਸ ਨੇ ਜਿਹੜੇ ਇਹ ਸਾਡੇ ਹੈਗੇ ਨੇ ਡਾਇਰੈਕਟ ਟੈਕਸ, ਜਿਹੜੇ ਸਿੱਧੇ ਤੌਰ ਤੇ ਕਰਦਾਤਾ ਜਾਂ ਟੈਕਸ ਪੇਅਰ ਡਾਇਰੈਕਟਲੀ ਗਵਰਨਮੈਂਟ ਨੂੰ ਦਿੰਦਾ ਹੈ। ਨੈਕਸਟ ਸਾਡੇ ਕੋਲ ਚੀਜ਼ ਆ ਗਈ ਜੀ ਇਨਡਾਇਰੈਕਟ ਟੈਕਸਸ। ਟਾਈਪ ਚੀਜ਼ ਨਹੀਂ ਆ, ਨੈਕਸਟ ਟਾਈਪ ਆ ਜਿਹੜੀ ਉਹ ਆ ਗਈ ਸਾਡੇ ਕੋਲ ਇਨਡਾਇਰੈਕਟ ਟੈਕਸ। ਇਨਡਾਇਰੈਕਟ ਟੈਕਸ ਕੀ ਆ ਕਿ ਜਿੱਥੇ ਪੇ ਕਰਨ ਵਾਲੇ ਪੇਅਰ ਤੇ ਗਵਰਨਮੈਂਟ, ਜਿੱਥੇ ਜਿਹੜੇ ਅਫੀਸ਼ੀਅਲ ਤੱਕ ਪਹੁੰਚਦੀ ਆ, ਠੀਕ ਹੈ, ਜਾਂ ਜਿਹੜੇ ਗਵਰਨਮੈਂਟ ਤੱਕ ਪਹੁੰਚਦੀ ਆ ਉੱਥੇ ਕੋਈ ਨਾ ਕੋਈ ਇੰਟਰਮੀਡੀਏਟਰ ਆ ਜਿਹੜਾ ਉਹ ਹੁੰਦਾ। ਇੱਥੇ ਕੋਈ ਦੁਕਾਨਦਾਰ ਬੈਠਾ, ਕੋਈ ਇੰਟਰਮੀਡੀਏਟ ਥਰਡ ਪਾਰਟੀ ਆ ਜਿਹੜੀ ਉਹ ਇੱਥੇ ਹੁੰਦੀ ਆ, ਥਰਡ ਪਾਰਟੀ।
ठीक है। ਇਹ ਜਿਹੜੀ ਚੀਜ਼ ਹੈ ਜਾਂ ਇਹ ਜਿਹੜਾ ਟੈਕਸ ਹੈ ਇਹਦੇ ਚ ਕਿਹੜੇ ਆ ਜਾਣਗੇ। ਵੈਸੇ ਤਾਂ ਹੁਣ ਆਪਾਂ ਕਹਿ ਦਿੰਨੇ ਆ ਕਿ ਸਾਰੇ ਹੀ ਸਾਡੇ ਜਿਹੜੇ ਡਾਇਰੈਕਟ ਇਨਡਾਇਰੈਕਟ ਟੈਕਸਸ ਨੇ ਉਹ GST ਦੇ ਵਿੱਚ ਕਵਰ ਹੋ ਚੁੱਕੇ ਨੇ। ਪਹਿਲਾਂ ਜਿਵੇਂ ਵੈਲਿਊ ਐਡਡ ਟੈਕਸ ਹੁੰਦਾ ਸੀ, ਇਹਦੇ ਚ ਕੀ ਹੁੰਦਾ, ਜਿਵੇਂ ਆਪਾਂ ਸ਼ਾਪਕੀਪਰ ਤੋਂ ਕੋਈ ਚੀਜ਼ ਖਰੀਦਿਆ ਰਾਜੇ, ਤੁਸੀਂ ਪੈਨ ਪਰਚੇਜ਼ ਕੀਤਾ, ਠੀਕ ਹੈ, ਪੈਨ ਚਲੋ ਛੋਟੀ ਜਿਹੀ, ਚਲੋ ਆਪਾਂ ਮੰਨ ਲੈਂਦੇ ਆ ਪੈਨ ਪਰਚੇਜ਼ ਕੀਤਾ। ਪੈਨ ਦੀ ਜਗ੍ਹਾ ਤੇ ਜੇ ਅਸੀਂ ਐਗਜ਼ਾਮਪਲ ਥੋੜੀ ਜਿਹੀ ਵੱਡੀ ਲੈ ਲਈਏ, ਉਹ ਤੇ ਟੈਕਸ ਲਗਾਉਣਾ ਸੌਖਾ ਹੋ ਜਾਏਗਾ, ਪੈਨ ਤੇ ਟੈਕਸ ਲਗਾਉਣਾ ਔਖਾ, ਠੀਕ ਹੈ। ਨੋ ਡਾਊਟ ਇਹ ਤੇ ਵੀ ਜਿਹੜਾ ਹੈ ਚੀਜ਼ਾਂ ਵੈਲਿਊ ਐਡੀਸ਼ਨ ਹੁੰਦੀ ਆ। ਇੱਥੇ ਅਸੀਂ ਐਗਜ਼ਾਮਪਲ ਲੈ ਲੈਂਦੇ ਆ ਜੀ ਕਾਰ ਦੀ, ਠੀਕ ਹੈ। ਕਾਰ ਦੇ ਉੱਪਰ ਟੈਕਸ ਲੱਗੇਗਾ। ਜਿਹੜਾ ਓਨਰ ਆ ਜਿਹਨੇ ਪਰਚੇਜ਼ ਕੀਤੀ ਆ, ਟੈਕਸ ਕੌਣ ਪੇ ਕਰੇਗਾ, ਉਹੀ ਕਰੇਗਾ। ਬਟ ਰਾਹ 'ਚ ਜਿਹੜਾ ਡੀਲਰ ਹੈ, ਪਹਿਲਾਂ ਜਿਹੜਾ ਬਾਇਰ ਆ ਇਹਨੂੰ ਟੈਕਸ ਪੇ ਕਰੇਗਾ ਔਰ ਇਹ ਉਹਦੇ ਵਿੱਚੋਂ ਕੁਝ ਪਾਰਟ ਆ ਜਿਹੜਾ ਗਵਰਨਮੈਂਟ ਨੂੰ ਪੇ ਕਰੇਗਾ। ਤਾਂ ਇਹ ਕੀ ਆ, ਇਨਡਾਇਰੈਕਟ ਟੈਕਸ ਹੈ, ਠੀਕ ਹੈ। ਇਸ GST, ਇਸ ਤੋਂ ਪਹਿਲਾਂ ਜਿਹੜਾ ਸਾਡਾ ਵੈਟ ਆ ਉਹ ਇਹਦੀ ਫਾਰਮ ਦੇ ਵਿੱਚ ਆਉਂਦਾ ਸੀ। ਵੈਟ ਦਾ ਨਾਮ ਤੁਸੀਂ ਸੁਣਿਆ ਹੋਏਗਾ, ਵੈਟ ਉਹ ਕੀ ਸੀਗਾ, ਸਾਡਾ ਇਨਡਾਇਰੈਕਟ ਟੈਕਸ ਸੀ। ਹੋਪ ਸੋ ਤੁਹਾਨੂੰ ਇਹ ਟਾਈਪਸ ਆ ਜਿਹੜੀਆਂ ਉਹ ਸਮਝ ਆ ਗਈਆਂ ਹੋਣਗੀਆਂ। ਨੈਕਸਟ ਹੈਗਾ ਜੀ ਸਾਡੇ ਕੋਲ, ਇਹ ਸਾਰੀਆਂ ਚੀਜ਼ਾਂ ਅਸੀਂ ਕਿਹਦੇ ਅੰਡਰ ਸਟੱਡੀ ਕਰ ਰਹੇ ਸੀ ਰਾਜੇ, ਥੋੜਾ ਰਿਵਾਈਜ਼ ਇੱਕ ਵਾਰੀ ਇੱਥੋਂ ਮੈਂ ਐਂਡ ਤੇ ਫਿਰ ਕਰਵਾ ਦਾਂ ਕਿ ਅਸੀਂ ਬਜਟ ਦੀ ਗੱਲ ਕੀਤੀ ਸੀ। ਬਜਟ ਦੇ ਵਿੱਚ ਅਸੀਂ ਰਿਸਿਪਟ ਦੀ ਗੱਲ ਕੀਤੀ ਸੀ ਔਰ ਐਕਸਪੈਂਡੀਚਰ ਦੀ ਗੱਲ ਕੀਤੀ ਸੀ। ਰਿਸਿਪਟ ਦੇ ਵਿੱਚ ਅਸੀਂ ਦੋ ਚੀਜ਼ਾਂ ਦੀ ਗੱਲ ਕੀਤੀ ਸੀ, ਰੈਵਨਿਊ ਰਿਸਿਪਟ ਤੇ ਕੈਪੀਟਲ ਰਿਸਿਪਟ। ਔਰ ਜਿਹੜਾ ਸਾਡਾ ਰੈਵਨਿਊ ਰਿਸਿਪਟ ਆ ਉਹਦੇ ਵਿੱਚ ਅਸੀਂ ਦੋ ਚੀਜ਼ਾਂ ਆਉਂਦੀਆਂ ਨੇ, ਇੱਕ ਟੈਕਸ ਤੇ ਇੱਕ ਨਾਨ ਟੈਕਸ ਰੈਵਨਿਊ। ਉਹਦੇ 'ਚ ਜਿਹੜੇ ਟੈਕਸ ਆ ਉਹਦੇ 'ਚ ਅਸੀਂ ਉਹਦੀਆਂ ਟਾਈਪਸ ਕਰਨੀਆਂ ਨੇ, ਕਿਹੜੀਆਂ ਟਾਈਪਸ ਨੇ। ਫਰਦਰ ਅਸੀਂ ਹੁਣ ਕੀ ਕਰਾਂਗੇ, ਨਾਨ ਟੈਕਸ ਦੇ ਵਿੱਚ ਕਿਹੜੀਆਂ ਚੀਜ਼ਾਂ ਆ ਜਾਂਦੀਆਂ ਅਸੀਂ ਕਰ ਲਈਏ। ਹਾਂਜੀ, ਥੋੜਾ ਜਿਹਾ ਆਪਾਂ ਇਹਨੂੰ ਚੇਂਜ ਕਰਕੇ ਖੁੱਲੀ ਜੀ ਸਪੇਸ 'ਚ ਲੈ ਆਈਏ। ਇੱਥੇ ਇਹਨੂੰ ਅਸੀਂ ਕਹਿੰਦੇ ਆ ਟੈਕਸ ਜ਼ਿਆਦਾ ਕਰ ਰਹੇ ਆ ਨਾ ਪਹਿਲਾਂ, ਪਰ ਹੁਣ ਜਿਹੜੀ ਸਾਡੀ ਇਹ ਫਾਰਮ ਆ ਇਹ ਕੀ ਆਏਗੀ, ਨਾਨ ਟੈਕਸ ਰੈਵਨਿਊ। ਠੀਕ ਹੈ। ਇਹਦੇ ਵਿੱਚ ਕੀ ਹੈ ਰਾਜੇ, ਨਾਨ ਟੈਕਸ ਰੈਵਨਿਊ ਦੇ ਵਿੱਚ ਇੱਥੇ ਸਮਝਾਉਣ ਨਾਲੋਂ ਜ਼ਿਆਦਾ એનર્ਜੀ ਲੱਗ ਰਹੀ ਹੈ ਜੀ ਸਾਡੇ ਲਿਖਣ ਤੇ, ਇਹਨੂੰ ਵਿਜ਼ੂਅਲਾਈਜ਼ ਕਰਨ ਤੇ। ਚਲੋ ਇਹ ਵੀ ਇੱਕ ਨਵੀਂ ਚੀਜ਼ ਹੈ। ਪਹਿਲਾਂ ਦੇਖੋ ਇਹਦੇ ਵਿੱਚ ਜਿਹੜਾ ਪਹਿਲਾ ਪੁਆਇੰਟ ਹੈ ਦੈਟ ਇਜ਼ ਫੀਸ। ਜਿਵੇਂ ਕੱਲ ਹਲਕਾ ਜਿਹਾ ਤੁਹਾਨੂੰ ਮੈਂ ਕਲੂ ਦਿੱਤਾ ਸੀ ਕਿ ਅਸੀਂ ਕੋਈ ਵੀ ਫੀਸ ਪੇ ਕਰਦੇ ਹਾਂ, ਚਾਹੇ ਲਾਇਸੈਂਸ ਬਣਾਉਣ ਲਈ, ਕੋਈ ਚਾਹੇ ਸਰਟੀਫਿਕੇਟ ਬਣਾਉਣ ਲਈ, ਇਵਨ ਤੁਸੀਂ ਹੁਣ ਇਨਕਮ ਟੈਕਸ ਸਰਟੀਫਿਕੇਟ ਬਣਾ ਰਹੇ ਹੋ, ਹੁਣ ਅਲੱਗ-ਅਲੱਗ ਚੀਜ਼ਾਂ ਦੇ ਲਈ ਜ਼ਰੂਰਤ ਹੈ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ ਨੇ ਉਹ ਕਾਹਦੇ 'ਚ ਆਉਂਦੀਆਂ ਨੇ, ਫੀਸ ਦੀ। ਉਹਦੇ ਸਾਨੂੰ ਕੀ ਦੇਣੇ ਪੈਂਦੇ ਨੇ, ਰੁਪਏ ਦੇਣੇ ਪੈਂਦੇ ਨੇ। ਦੂਸਰਾ ਆ ਗਿਆ ਜੀ, ਇਹ ਜਿਹੜੀਆਂ ਫੀਸ ਆ ਇਹ ਕੰਪਲਸਰੀ ਵੀ ਹੁੰਦੀ ਆ। ਜੇ ਅਸੀਂ ਗੱਲ ਕਰੀਏ ਕਿ ਇਹ ਜਿਹੜੀਆਂ ਨੇ ਪੇ ਕਰਨੀਆਂ ਕੀ ਹੁੰਦੀਆਂ ਨੇ, ਸਾਨੂੰ ਕੰਪਲਸਰੀ ਹੁੰਦੀਆਂ ਨੇ। ਜੇ ਤੁਸੀਂ ਕੋਈ ਸਰਟੀਫਿਕੇਟ ਬਣਾਉਣਾ ਤਾਂ ਤੁਹਾਨੂੰ ਫੀਸ ਆ ਜਿਹੜੀ ਉਹ ਪੇ ਕਰਨੀ ਪਏਗੀ, ਕੰਪਲਸਰੀ ਪੇਮੈਂਟ ਹੁੰਦੀ ਆ। ਦੂਸਰੀ ਚੀਜ਼ ਇਹਦੇ 'ਚ ਆ ਜਾਂਦੀ ਹੈ ਸਾਡੇ ਕੋਲ ਜਿਹੜਾ ਪੇਅਰ ਹੁੰਦਾ ਜਾਂ ਜਿਹੜਾ ਫੀਸ ਦੇਣ ਵਾਲਾ ਹੁੰਦਾ, ਪੇਅਰ ਹੁੰਦਾ, ਉਹਨੂੰ ਕੋਈ ਸਪੈਸੀਫਿਕ ਬੈਨੀਫਿਟਸ ਮਿਲਦੇ ਨੇ। ਹੁਣ ਜਿਹੜਾ ਸਰਟੀਫਿਕੇਟ ਤੁਸੀਂ ਬਣਾਇਆ ਹੈ ਉਹ ਤੁਹਾਨੂੰ ਹੀ ਮਿਲੇਗਾ, ਉਹਦਾ ਬੈਨੀਫਿਟ ਵੀ ਤੁਹਾਨੂੰ ਮਿਲੇਗਾ, ਕਿਸੇ ਹੋਰ ਥਰਡ ਪਾਰਟੀ ਨੂੰ ਨਹੀਂ ਮਿਲੇਗਾ। ਤਾਂ ਸਪੈਸ਼ਲ ਬੈਨੀਫਿਟ ਆ ਜਿਹੜਾ ਉਹਨੂੰ ਮਿਲਦਾ ਫੀਸ ਪੇ ਕਰਨ ਦੇ ਨਾਲ। ਦੂਸਰੀ ਇਹਦੇ 'ਚ ਚੀਜ਼ ਆਉਂਦੀ ਹੈ ਜੀ ਸਾਡੇ ਕੋਲ ਲਾਇਸੈਂਸ। ਜਦੋਂ ਅਸੀਂ ਲਾਇਸੈਂਸ ਬਣਾਉਣੇ ਆ ਤਾਂ ਲਾਇਸੈਂਸ ਦੀ ਫੀਸ ਵੀ ਸਾਨੂੰ ਦੇਣੀ ਪੈਂਦੀ ਆ, ਉਹ ਵੀ ਸਾਡੇ ਨਾਨ ਟੈਕਸ ਦੇ ਵਿੱਚ ਆਏਗਾ ਕਿਉਂਕਿ ਉਹ ਕੋਈ ਟੈਕਸ ਨਹੀਂ ਆ। ਉਹਦੇ ਬਦਲੇ 'ਚ ਅਸੀਂ ਸਪੈਸੀਫਿਕ ਆ ਜਿਹੜਾ
ਸਪੈਸੀਫਿਕ ਬੈਨੀਫਿਟਸ ਆ ਜਿਹੜੇ ਉਹ ਲੈਣੇ ਆ। ਕੱਲ ਅਸੀਂ ਟੈਕਸ ਦੀ ਜਿਹੜੀ ਗੱਲ ਕੀਤੀ ਸੀ ਉਹਦੇ 'ਚ ਅਸੀਂ ਕੀਤਾ ਸੀ ਕੋਈ ਪ੍ਰਪੋਰਸ਼ਨੇਟ ਉਹਨਾਂ 'ਚ ਰਿਲੇਸ਼ਨ ਨਹੀਂ ਹੁੰਦਾ ਕਿ ਅਸੀਂ ਆਹ ਟੈਕਸ ਪੇ ਕਰ ਰਹੇ ਹਾਂ ਤੇ ਉਹਦੇ ਬਦਲੇ 'ਚ ਸਾਨੂੰ ਇਹ ਚੀਜ਼ ਮਿਲਣੀ ਚਾਹੀਦੀ। ਪਰ ਲਾਇਸੈਂਸ ਹੋ ਗਿਆ, ਫੀਸ ਹੋ ਗਿਆ, ਉਹ ਪਾਰਟਿਕੂਲਰ ਬੈਨੀਫਿਟ ਆ ਜਿਹੜਾ ਪੇਅਰ ਨੂੰ ਉਹ ਮਿਲੇਗਾ। ਉਸ ਤੋਂ ਬਾਅਦ ਇਹਦੇ 'ਚ ਚੀਜ਼ਾਂ ਆ ਜਾਂਦੀਆਂ ਜੀ ਸਾਡੇ ਕੋਲ ਫਾਈਨ। ਤੀਸਰਾ ਜਿਹੜੀ ਹੈ ਫਾਈਨ, ਯਾਨੀ ਕਿ ਅਸੀਂ ਇਹਦੇ 'ਚ ਐਗਜ਼ਾਮਪਲ ਮੈਂ ਤੁਹਾਨੂੰ ਦਿੱਤੀ ਸੀ ਚਲਾਨ ਦੀ, ਅਸੀਂ ਚਲਾਨ ਕਟਵਾ ਲੈਂਦੇ ਆ ਗਲਤੀ ਕਰਕੇ, ਵੈਸੇ ਜਾਣਬੁੱਝ ਕੇ ਨਹੀਂ, ਤਾਂ ਉਹ ਚੀਜ਼ ਵੀ ਕਾਹਦੇ 'ਚ ਆਏਗੀ, ਸਾਡੀ ਨਾਨ ਟੈਕਸ ਰੈਵਨਿਊ ਦੇ ਵਿੱਚ ਆਏਗੀ। ਉਸ ਤੋਂ ਬਾਅਦ ਜੀ ਸਪੈਸੀਫਿਕ ਅਸੈਸਮੈਂਟ, ਅਸੀਂ ਕੋਈ ਸਪੈਸੀਫਿਕ ਅਸੈਸਮੈਂਟ ਕਰਵਾਉਣੀ ਆ। ਸਪੈਸੀਫਿਕ ਅਸੈਸਮੈਂਟ ਦੇ ਵਿੱਚ ਕੀ ਹੁੰਦਾ ਰਾਜੇ, ਦੱਸਦੀ ਆ ਮੈਂ। ਜਾਂ ਸਪੈਸ਼ਲ ਅਸੈਸਮੈਂਟ, ਸਪੈਸ਼ਲ ਕੋਈ ਅਸੀਂ ਬੈਨੀਫਿਟ ਲੈਣਾ। ਇਹਦੇ 'ਚ ਜਿਹੜੀ ਐਗਜ਼ਾਮਪਲ ਹੈ ਉਹ ਆਉਂਦੀ ਹੈ ਜਿਵੇਂ ਸੀਵਰੇਜ ਸਿਸਟਮ ਹੋ ਗਿਆ, ਇਲੈਕਟ੍ਰਿਸਿਟੀ ਹੋ ਗਿਆ, ਹਨਾ, ਵਾਟਰ ਸਪਲਾਈ ਹੋ ਗਿਆ। ਉਹ ਚੀਜ਼ਾਂ ਅਸੀਂ ਸਾਡੀ ਜਿਹੜੀ ਪ੍ਰਾਪਰਟੀ ਦੀ ਵੈਲਿਊ ਹੈ ਉਹਨੂੰ ਕੀ ਕਰਦੀਆਂ ਨੇ, ਇਨਕਰੀਜ਼ ਕਰਦੀਆਂ ਨੇ। ਤਾਂ ਉਹਦੇ ਲਈ ਵੀ ਅਸੀਂ ਪੇ ਕਰਾਂਗੇ। ਸਪੈਸ਼ਲ ਐਡਵਾਂਟੇਜ ਲਈ ਆ ਅਸੀਂ ਸਪੈਸ਼ਲ ਬੈਨੀਫਿਟ ਲਿਆ ਤਾਂ ਉਹਦੇ ਲਈ ਜਿਹੜੀ ਪੇਮੈਂਟ ਕਰਦੇ ਆ ਅਸੀਂ ਉਹ ਵੀ ਨਾਨ ਟੈਕਸ ਰੈਵਨਿਊ ਦੇ ਵਿੱਚ ਆਏਗੀ। ਨੈਕਸਟ ਆ ਗਿਆ ਜੀ, ਨੈਕਸਟ ਪੁਆਇੰਟ ਹੈਗਾ ਸਾਡੇ ਕੋਲ ਗਿਫਟਸ ਐਂਡ ਗ੍ਰਾਂਟਸ। ਗਿਫਟ ਐਂਡ ਗ੍ਰਾਂਟਸ ਦੇ ਵਿੱਚ ਕੀ ਹੈ ਰਾਜੇ ਕਿ ਕਈ ਵਾਰ ਜਿਵੇਂ ਕੋਈ ਅਰਥਕੁਏਕ ਆ ਗਈ, ਫਲੱਡਸ ਆ ਗਏ, ਠੀਕ ਹੈ, ਉਹਦੇ ਕਰਕੇ ਜਿਹੜੀ ਸਟੇਟ ਗਵਰਨਮੈਂਟ ਹੈ ਉਹ ਸੈਂਟਰ ਤੋਂ ਜਾਂ ਜਿਹੜੇ ਪਬਲਿਕ ਹੈ ਜਾਂ ਜਿਹੜੇ ਆਮ ਜਨਤਾ ਹੈ, ਅਸੀਂ ਲੋਕ ਆ, ਉਹ ਕਿਸੇ ਪਾਰਟਿਕੂਲਰ ਅਕਾਊਂਟ ਦੇ ਵਿੱਚ ਪੇ ਕਰਦੇ ਆ, ਜਿਹਨੂੰ ਅਸੀਂ ਕਿ ਇੱਥੇ ਜਿਹੜੀ ਅਸੀਂ PM ਫੰਡ ਬੋਲਦੇ ਆ ਜਿਹਨੂੰ, ਠੀਕ ਹੈ। ਉਹਦੇ ਵਿੱਚ ਅਸੀਂ ਕੀ ਕਰਦੇ ਆ, ਪੇ ਕਰਦੇ ਆ। ਤਾਂ ਉਹ ਸਾਰੀਆਂ ਚੀਜ਼ਾਂ ਕਾਹਦੇ ਚ ਆਉਣਗੀਆਂ ਸਾਡੀਆਂ, PMO ਜਾਂ PM ਫੰਡਸ। ਜਿਵੇਂ ਕਰੋਨਾ ਦੇ ਟਾਈਮ 'ਚ ਅਸੀਂ ਜਿਹੜਾ ਹੈ ਇਹਦੇ ਵਿੱਚ ਕੰਟਰੀਬਿਊਟ ਕੀਤਾ ਬਹੁਤ ਲੋਕਾਂ ਨੇ, ਠੀਕ ਹੈ, COVID-19 ਦੇ ਦੌਰਾਨ। ਤਾਂ ਉਹ ਜਿਹੜੇ ਇਨਕਮ ਹੋਈ ਆ ਸਰਕਾਰ ਨੂੰ, ਉਹ ਸਾਰੀ ਕੀ ਆ, ਨਾਨ ਟੈਕਸ ਰੈਵਨਿਊ ਹੈ ਸਰਕਾਰ ਦਾ। ਇਹ ਸੀ ਸਾਡਾ ਅੱਜ ਦਾ ਟੌਪਿਕ। ਥੋੜਾ ਰਾਈਟਿੰਗ ਦਾ ਹੋ ਸਕਦਾ ਕਿਉਂਕਿ ਨਿਊ ਡਿਵਾਈਸ ਮੈਂ ਯੂਜ਼ ਕਰਨੀ ਸ਼ੁਰੂ ਕੀਤੀ ਆ, ਹੌਲੀ ਹੌਲੀ ਆਪਾਂ ਇਹਨੂੰ ਇੰਪਰੂਵ ਕਰਾਂਗੇ। ਕੱਲ ਕਰਾਂਗੇ ਨੈਕਸਟ।